ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਟੂ ਤਪੇ ਦੀ ਸਾਖੀ। ਪ੍ਰੇਮ ਪਿਆਲਾ ਸਾਧ ਸੰਗ, ਸ਼ਬਦ ਸੁਰਤ ਅਨਹਦ ਲਿਵਲਾਈ। ਧਿਆਨੀ ਚੰਦ ਚਕੋਰ ਗਤ, ਅੰਮ੍ਰਿਤ ਦ੍ਰਿਸ਼ਟ ਸ੍ਰਿਸ਼ਟ ਵਰਸਾਈ। ਘਨਹਰ ਚਾਤ੍ਰਿਕ ਮੋਰ ਜਿਉ, ਅਨਹਦ ਧੁਨ ਸੁਨ ਪਾਇਲ ਪਾਈ। ਚਰਨ ਕਮਲ ਮਕਰੰਦ ਰਸ, ਸੁਖ ਸੰਪਟ ਹੋਏ ਭਵਰ ਸਮਾਈ। ਸੁਖ ਸਾਗਰ ਵਿੱਚ ਮੀਨ ਹੋਏ, ਗੁਰਮੁਖ ਚਾਲ ਨ ਖੋਜ ਖੁਜਾਈ। ਅਪਿਓ ਪੀਣ ਨਿਚਰ ਝਰਣ, ਅਜਰ ਜਣਨ ਅਲਖ ਲਖਾਈ। 20-21 ਉਲੰਘ ਕੇ, ਗੁਰਸਿੱਖੀ ਗੁਰਮੁਖ ਫਲ ਖਾਈ। ਵਾਹਿਗੁਰੂ ਦੀ ਵੱਡੀ ਵਡਿਆਈ। ਅਧਿਆਤਮਿਕ ਦੁਨੀਆ ਵਿੱਚ ਪਰਮਾਤਮਾ ਦੇ ਦਰਸ਼ਨ ਪ੍ਰਾਪਤ ਕਰਨ ਲਈ ਅਨੇਕਾਂ ਰਸਤੇ ਆਪੋ ਆਪਣੀ ਸੂਝ ਅਨੁਸਾਰ ਅਨੇਕਾਂ ਮਹਾਂਪੁਰਸ਼ਾਂ ਤੇ ਅਵਤਾਰਾਂ ਨੇ ਦੱਸੇ ਹਨ, ਜਿਨ੍ਹਾਂ ਨੂੰ ਗਿਆਨ, ਧਿਆਨ, ਜਪ ਤਪ ਆਦਿਕ ਨਾਮ ਦਿੱਤੇ ਜਾਂਦੇ ਹਨ। ਪੁੰਨ, ਸੇਵਾ ਸਿਮਰਨ ਵੀ ਹੈ। ਭਾਰਤ ਦੇ ਵਿੱਚ ਗਿਆਨ ਉੱਤੇ ਬਹੁਤਾ ਜ਼ੋਰ ਰਿਹਾ। ਗਿਆਨ ਪਿੱਛੋਂ ਧਿਆਨ ਆਇਆ, ਮੂਰਤੀ ਪੂਜਾ ਦੇ ਰੂਪ ਵਿੱਚ, ਤੇ ਜਪ ਆਇਆ ਮੰਤਰਾਂ ਦੇ ਰੂਪ ਵਿੱਚ। 11,000 ਕਰੋੜ ਵਾਰ ਕਿਸੇ ਮੰਤਰ ਦਾ ਜਾਪ ਸਾਧ ਲੈਣਾ ਤੇ ਆਖਣਾ ਬਸ ਹੋਰ ਕੁਝ ਕਰਨ ਦੀ ਲੋੜ ਨਹੀਂ, ਸਮਝੋ ਕਿ ਰਿੱਧੀਆਂ ਸਿੱਧੀਆਂ ਜਾਂ ਕਰਾਮਾਤਾਂ ਆ ਗਈਆਂ। ਜਪ ਦਾ ਫਲ ਪ੍ਰਾਪਤ ਕਰਨ ਪਿੱਛੋਂ ਹੰਕਾਰ ਹੋ ਜਾਂਦਾ ਰਿਹਾ। ਉਸ ਹੰਕਾਰ ਦੀ ਵਰਤੋਂ ਜਾਦੂ, ਟੂਣੇ, ਮੰਤਰ, ਲੋਕਾਂ ਨੂੰ ਆਪਣੇ ਜ਼ੇਰ ਕਰਨ ਵਿੱਚ ਹੁੰਦੀ ਰਹੀ। ਜਪ ਦੇ ਨਾਲ ਹੀ ਜੋਗੀ ਲੋਕਾਂ ਨੇ ਸਰੀਰ ਜਿਹੜਾ 5 ਭੂਤਕ ਦਾ ਬਣਿਆ ਹੈ, ਆਦਮ ਦਾ ਸੁੰਦਰ ਘਰ, ਜੋਗੀ ਸਮਝਦੇ ਰਹੇ ਸਰੀਰ ਵਿੱਚ ਜਿਹੜੀ ਸ਼ਕਤੀ ਹੈ ਉਸਨੂੰ ਨਿਰਮਲ ਕੀਤਾ ਜਾਏ ਤਾਂ ਮਨ ਆਪੇ ਹੀ ਕਾਮ ਕ੍ਰੋਧ ਮੋਹ ਵੱਲ ਨਹੀਂ ਨੱਠੇਗਾ, ਭਾਵ ਕਿ ਸਰੀਰਕ ਸ਼ਕਤੀਆਂ ਨੂੰ ਕਮਜ਼ੋਰ ਕਰਦੇ ਸਨ। ਭਾਰਤ ਵਿੱਚ ਜੋਗੀਆਂ ਤੇ ਸਾਧੂਆਂ ਦੀਆਂ ਕਈ ਸੰਪਰਦਾਵਾਂ ਜੋ ਤਪੱਸਿਆ ਤੇ ਭਰੋਸਾ ਰੱਖਦੀਆਂ ਸਨ। ਪੰਜਾਬ ਵਿੱਚ ਅਨੇਕਾਂ ਤਪੇ ਹੋਏ ਹਨ। ਉਹਨਾਂ ਤਪੀਆਂ ਵਿੱਚ ਇੱਕ ਜੱਟੂ ਤਪਾ ਸੀ। ਉਸ ਦੇ ਤਪ ਦੀ ਬਹੁਤ ਚਰਚਾ ਸੀ, ਪਰ ਉਸ ਦੀ ਤਪੱਸਿਆ ਨੇ ਉਸਨੂੰ ਨਾ ਰੱਬ ਦੇ ਨੇੜੇ ਕੀਤਾ ਸੀ ਤੇ ਨਾ ਮਨ ਨੂੰ ਸ਼ਾਂਤੀ ਆਈ ਸੀ। ਉਸ ਤਪੇ ਦੀ ਸਾਖੀ ਇਉਂ ਹੈ ਕਿ ਉਹ ਕਰਤਾਰਪੁਰ ਵਿੱਚ ਰਹਿੰਦਾ ਸੀ ਤੇ ਤਪ ਕਰਿਆ ਕਰਦਾ ਸੀ। ਉਸ ਦੇ ਤਪ ਕਰਨ ਦਾ ਇਹ ਢੰਗ ਸੀ, ਉਹ ਆਪਣੇ ਚੁਗਿਰਦੇ 5 ਧੂਣੀਆਂ ਬਾਲ ਲੈਂਦਾ ਅਤੇ ਆਪ ਵਿਚਾਲੇ ਬੈਠਾ ਰਹਿੰਦਾ। ਸਿਆਲ ਹੁੰਦਾ ਜਾਂ ਹਾੜ, ਉਹ ਧੂਣੀਆਂ ਬਾਲ ਕੇ ਤਪੱਸਿਆ ਕਰਦਾ ਰਹਿੰਦਾ। ਉਸ ਦੀ ਤਪੱਸਿਆ ਦੀ ਬੜੀ ਚਰਚਾ ਸੀ। ਕਰਤਾਰਪੁਰ ਨਗਰ ਨੂੰ 5ਵੇਂ ਪਾਤਸ਼ਾਹ ਨੇ ਆਬਾਦ ਕੀਤਾ ਸੀ। ਗੁਰੂ ਕੀ ਨਗਰੀ ਦਾ ਨਾਮ ਪ੍ਰਾਪਤ ਹੋ ਗਿਆ। ਜਦੋਂ ਜੱਟੂ ਤਪ ਕਰਦਾ ਸੀ ਤਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਰਤਾਰਪੁਰ ਬਿਰਾਜੇ ਹੋਏ ਸਨ ਤੇ ਉੱਥੇ ਧਾਰਮਿਕ ਕਾਰਜਾਂ ਨਾਲ ਸੈਨਿਕ ਕੰਮ ਵੀ ਹੁੰਦੇ ਸਨ। ਨਿੱਤ ਸ਼ਿਕਾਰ ਖੇਡੇ ਜਾਂਦੇ ਤੇ ਵੈਰੀ ਦਲਾਂ ਨਾਲ ਮੁਕਾਬਲਾ ਕਰਨ ਦੀ ਸਿਖਲਾਈ ਹੁੰਦੀ। ਦੇਸ਼ ਦੀ ਸੇਵਾ ਦਾ ਵੀ ਮਨੋਰਥ ਸੀ। ਜੱਟੂ ਤਪੇ ਨੂੰ ਰੱਬੀ ਗਿਆਨ ਦੱਸ ਕੇ ਉਸਨੂੰ ਸਰੀਰਕ ਕਸ਼ਟ ਤੋਂ ਬਰੀ ਕਰਨ ਵਾਸਤੇ ਸਤਿਗੁਰੂ ਜੀ ਨੇ ਧਿਆਨ ਕੀਤਾ। ਤਪੇ ਦੀ ਦਸ਼ਾ ਬੜੀ ਤਰਸਯੋਗ ਸੀ। ਉਹ ਵਿਆਕੁਲ ਰਹਿੰਦਾ ਤੇ ਹੰਕਾਰ ਅਤੇ ਲਾਲਚ ਵਿੱਚ ਆ ਗਿਆ ਸੀ। ਉਸ ਦੀ ਮਨੋਬਿਰਤੀ ਠੀਕ ਨਹੀਂ ਸੀ ਰਹਿੰਦੀ। ਐਸੀ ਦਸ਼ਾ ਵਿੱਚ ਫਸਿਆ ਹੋਣ ਤੇ ਵੀ ਗੁਰੂ ਘਰ ਦੀ ਕਦੀ ਕਦਾਈ ਨਿੰਦਾ ਕਰ ਦਿੰਦਾ। ਉਸ ਦੇ ਮਨ ਨੂੰ ਫਿਰ ਚੈਨ ਨਾ ਆਉਂਦਾ, ਕਿਉਂਕਿ ਸਰੀਰ ਦੁਖੀ ਰਹਿੰਦਾ ਸੀ। ਪਰ ਸਤਿਗੁਰੂ ਜੀ ਐਸੇ ਦੁਖੀਆਂ ਦੇ ਦੁੱਖ ਨਿਵਰਤ ਕਰਦੇ ਸਨ। ਸਤਿਗੁਰੂ ਜੀ ਸ਼ਿਕਾਰ ਨੂੰ ਜਾਂਦੇ ਹੋਏ ਤਪੇ ਦੇ ਕੋਲ ਜਾ ਪੁੱਜੇ। ਉਸ ਵੇਲੇ ਤਪਾ 5 ਧੂਣੀਆਂ ਤਾ ਕੇ ਤਪ ਕਰ ਰਿਹਾ ਸੀ। ਉਸ ਦਾ ਧਿਆਨ ਖਿਲ ਰਿਹਾ ਸੀ, ਬੈਠਾ ਕੁਝ ਸੋਚਦਾ ਸੀ। ਸਤਿਗੁਰੂ ਜੀ ਘੋੜੇ ਉੱਤੇ ਅਸਵਾਰ ਹੀ ਰਹੇ। ਤਪੇ ਜੱਟੂ ਵੱਲ ਸਤਿਗੁਰੂ ਜੀ ਨੇ ਮਿਹਰ ਦੀ ਦ੍ਰਿਸ਼ਟੀ ਨਾਲ ਉਸ ਦੀਆਂ ਅੱਖਾਂ ਵਿੱਚ ਨੇਤਰ ਪਾ ਕੇ ਤੱਕਿਆ। ਕੋਈ 4-5 ਮਿੰਟ ਤੱਕ ਕੇ ਸਾਹਿਬਾਂ ਨੇ ਉਸ ਦੇ ਤਪ ਦੀ ਤੇ ਭਰਮ ਦੀ ਸ਼ਕਤੀ ਨੂੰ ਖਿੱਚ ਲਿਆ ਤੇ ਇਹ ਬਚਨ ਕਰਕੇ ਕਿ ਤਪਿਆ ਖਪਿਆ ਨਾ ਕਰ, ਕਹੋ ਸਤ ਕਰਤਾਰ। ਸਾਹਿਬ ਜੀ ਘੋੜੇ ਨੂੰ ਅੱਡੀ ਲਾ ਕੇ ਅੱਗੇ ਨਿਕਲ ਗਏ। ਸਤਿਗੁਰੂ ਜੀ ਦੇ ਜਾਣ ਪਿੱਛੋਂ ਜੱਟੂ ਤਪੇ ਦੇ ਦਿਲ ਦਿਮਾਗ ਵਿੱਚ ਖੱਲਲ ਮਚ ਗਿਆ। ਉਹ ਆਪ ਮੁਹਾਰਾ ਹੋ ਕੇ ਮੱਲੋ ਮੱਲੀ ਆਖੀ ਗਿਆ, ਤਪਿਆ ਖਪਿਆ ਨਾ ਕਰ, ਤਪਿਆ ਖਪਿਆ ਨਾ ਕਰ, ਕਹੋ ਸਤ ਕਰਤਾਰ, ਸਤ ਕਰਤਾਰ। ਇਹ ਵੀ ਕੌਤਕ ਹੋਇਆ ਕਿ ਉਸ ਦੀਆਂ 5 ਧੂਣੀਆਂ ਠੰਡੀਆਂ ਹੋ ਗਈਆਂ। ਉਸ ਦੀ ਹਿੰਮਤ ਨਾ ਰਹੀ, ਉਹ ਉੱਠ ਕੇ ਫੂਕਾਂ ਵੀ ਨਾ ਮਾਰ ਸਕਿਆ। ਉਸਨੇ ਕਿਸੇ ਨੂੰ ਆਵਾਜ਼ ਵੀ ਨਾ ਦਿੱਤੀ। ਆਸਣ ਤੋਂ ਉੱਠ ਬੈਠਾ। ਉਸਨੇ ਕਿਹਾ, ਸਤ ਕਰਤਾਰ। ਸਤ ਕਰਤਾਰ ਆਖਦਾ ਹੋਇਆ ਨੱਚਦਾ ਰਿਹਾ। ਉਸਨੂੰ ਹਾਲ ਚੜ੍ਹ ਗਿਆ। ਨਾਮ ਦੀ ਐਸੀ ਅਗੰਮੀ ਸ਼ਕਤੀ ਆਈ ਕਿ ਉਹ ਸਿਮਰਨ ਕਰਨ ਵੱਲ ਲੱਗ ਗਿਆ। ਉਹ ਪਾਗਲਾਂ ਵਾਂਗ ਫਿਰਨ ਲੱਗਾ ਤੇ ਬੱਚੇ ਅਤੇ ਆਮ ਸਧਾਰਨ ਲੋਕ ਜੋ ਆਤਮਿਕ ਦੁਨੀਆ ਦੇ ਭੇਤੀ ਨਹੀਂ ਸਨ, ਉਹ ਮਖੌਲ ਕਰਨ ਲੱਗੇ, ਤਪਿਆ ਖਪਿਆ ਨਾ ਕਰ, ਤਪਿਆ ਖਪਿਆ ਨਾ ਕਰ। ਪਰ ਉਹ ਗੁੱਸਾ ਨਾ ਕਰਦਾ, ਸਗੋਂ ਆਖਦਾ, ਕਹੋ ਭਾਈ ਸਤ ਕਰਤਾਰ। ਇਸ ਤਰ੍ਹਾਂ ਕੋਈ ਉਸਨੂੰ ਸ਼ੁਦਾਈ ਸਮਝਣ ਲੱਗ ਪਿਆ। ਉਸਨੂੰ ਗੁਰੂ ਦਰਸ਼ਨਾਂ ਦੀ ਲਿਵ ਲੱਗ ਗਈ। ਉਹ ਦਰਸ਼ਨ ਵਾਸਤੇ ਤੜਪਣ ਲੱਗਾ। ਉਨੇ ਚਿਰ ਨੂੰ ਸਤਿਗੁਰੂ ਜੀ ਸਬੱਬੀ ਸ੍ਰੀ ਅੰਮ੍ਰਿਤਸਰ ਜੀ ਨੂੰ ਚਲੇ ਗਏ। ਪਿੱਛੋਂ ਤਪੇ ਦੀ ਵਿਆਕੁਲਤਾ ਵੱਧ ਗਈ ਤੇ ਉਹ ਸਤ ਕਰਤਾਰ ਦਾ ਸਿਮਰਨ ਕਰਦਾ ਹੋਇਆ ਬਿਲਕੁਲ ਝੱਲਾ ਹੋ ਗਿਆ। ਉਸਦੇ ਉਦਾਲੇ ਦੇ ਲੀੜੇ ਪਾਟ ਗਏ ਤੇ ਕਦੀ ਕੱਜਿਆ ਤੇ ਕਦੀ ਨੰਗਾ ਫਿਰਨ ਲੱਗਾ। ਉਸ ਦੀ ਦਸ਼ਾ ਵਿਗੜਦੀ ਗਈ। ਉਸਨੂੰ ਇਹ ਗਿਆਨ ਹੋ ਗਿਆ ਕਿ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਨੂੰ ਚਲੇ ਗਏ ਹਨ, ਤਾਂ ਉਹ ਵੀ ਬਿਆਸਾਂ ਤੋਂ ਪਾਰ ਹੋ ਕੇ ਪਿੱਛੇ ਗਿਆ ਤੇ ਉਹ ਅੰਮ੍ਰਿਤਸਰ ਪੁੱਜ ਗਿਆ। ਉਹ ਸ਼ਹਿਰ ਵਿੱਚ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚੌਗਿਰਦੇ ਫਿਰਦਾ ਰਿਹਾ, ਪਰ ਉਸਨੂੰ ਸਤਿਗੁਰੂ ਜੀ ਦੇ ਦਰਬਾਰ ਵਿੱਚ ਦਾਖਲ ਹੋਣ ਦੀ ਆਗਿਆ ਨਾ ਮਿਲੀ। ਲੈ ਆਓ। ਸਤਿਗੁਰੂ ਜੀ ਨੇ ਇੱਕ ਦਿਨ ਹੁਕਮ ਦਿੱਤਾ ਕਿ ਇਹ ਗੁਰਮੁਖ ਹੈ। ਤਪਾ ਪਹਿਲਾਂ ਖਪਦਾ ਸੀ, ਹੁਣ ਤਪਦਾ ਹੈ।
ਨਾਮ ਅਭਿਆਸੀ ਹੋ ਗਿਆ ਹੈ। ਭਾਈ ਜੱਟੂ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਕੀਤਾ ਗਿਆ। ਸਤਿਗੁਰੂ ਜੀ ਦੇ ਚਰਨੀ ਡਿੱਗ ਪਿਆ ਤੇ ਵਿਲਕ ਵਿਲਕ ਕੇ ਬੇਨਤੀਆਂ ਕਰਨ ਲੱਗਾ, ਹੇ ਦਾਤਾ, ਜਿਵੇਂ ਪਹਿਲਾਂ ਮਿਹਰ ਕੀਤੀ ਜੇ ਹੁਣ ਵੀ ਦਇਆ ਕਰੋ, ਹੋਸ਼ ਰਹੇ ਸਿਮਰਨ ਕਰਾਂ। ਸਤਿਗੁਰੂ ਜੀ ਨੇ ਕਿਰਪਾ ਕਰਕੇ ਗੁਰਮੰਤਰ ਬਖਸ਼ਿਆ, ਉਸ ਦੇ ਮਨ ਨੂੰ ਸ਼ਾਂਤ ਕੀਤਾ ਤੇ ਅੰਤਰਾਤਮੇ ਗਿਆਨ ਕਰਾਇਆ। ਉਸ ਨੂੰ ਬਸਤਰ ਪਵਾਏ ਤੇ ਗੁਰੂ ਘਰ ਵਿੱਚ ਸੇਵਾ ਤੇ ਲਾਇਆ। ਉਹਨਾਂ ਦੀ ਲਿਵ ਲੱਗੀ ਤੇ ਸੱਚਾ ਪਿਆਰ ਪੈਦਾ ਹੋ ਗਿਆ। ਧੂਣੀਆਂ ਦਾ ਸੇਕ ਜੋ ਹੰਕਾਰ ਪੈਦਾ ਕਰਦਾ ਸੀ, ਉਹ ਖਤਮ ਹੋ ਗਿਆ। ਸਤਿਗੁਰੂ ਨਾਨਕ ਦੇਵ ਜੀ ਨੇ ਸਿਮਰਨ ਤੇ ਸਿੱਖੀ ਮਾਰਗ ਨੂੰ ਪ੍ਰਗਟ ਕਰਕੇ ਕਲਯੁਗੀ ਜੀਵਾਂ ਨੂੰ ਕਲਿਆਣ ਦੇ ਸਾਧਨ ਸਿਰਫ ਨਾਮ ਸਿਮਰਨ, ਸੱਚੇ ਪਿਆਰ ਤੇ ਸੇਵਾ ਹੀ ਦੱਸਿਆ। ਤੈਸੇ ਹੀ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਗੁਰੂ ਘਰ ਵਿੱਚ ਪਿਆਰ ਦਾ ਪਿਆਲਾ ਮਿਲਦਾ ਹੈ, ਉਹ ਵੀ ਅਨਹਦ ਦੀ ਧੁਨੀ ਵੱਜਦੀ ਹੈ। ਉਹ ਪਿਆਰ ਚੰਦ ਚਕੋਰ ਵਰਗਾ ਹੁੰਦਾ ਹੈ, ਧਿਆਨ ਲੱਗਾ ਰਹਿੰਦਾ ਹੈ। ਸਿੱਖ ਨੂੰ ਸੱਚੇ ਪਿਆਰ ਦੀ ਮਿਹਰ ਹੁੰਦੀ ਹੈ। ਗੁਰਮੁਖਾਂ ਨੂੰ ਐਸਾ ਸੁੱਖ ਮਿਲਦਾ ਹੈ, ਸਤਿਗੁਰੂ ਦੀ ਵਡਿਆਈ ਹੈ। ਸੋ ਹੇ ਜਗਿਆਸੂ ਜਨੋ, ਨਾਮ ਦਾ ਸਿਮਰਨ ਕਰੋ, ਧਰਮ ਕਿਰਤ ਤੇ ਸੇਵਾ ਕਰੋ। ਪਾਖੰਡ ਕਰਕੇ ਸਰੀਰ ਨੂੰ ਗਾਲਣ ਦੀ ਲੋੜ ਨਹੀਂ। ਸੱਚੀ ਤਪੱਸਿਆ ਤਾਂ ਨਾਮ ਸਿਮਰਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।